गुरु की प्यारी साजी निवाजी परम सम्मान योग साध संगत जीओ, इस लड़ीवार कथा दे विच अज आप जी दे नाल जपजी साहिब जी की पहली पौड़ी की दूजी पंक्ति की विचार सांझी करन जा रहे हैं जी। चुपै चुप न होई जे लाई रहा लिवतार। चुपै तो भाव मुख तो ना बोलना, ते चुप तो भाव मन की शांति। तो महाराज धन गुरु नानक साहब महाराज फरमाते हैं कि चुपै चुप ना होई, कि मुख दे तो ना बोलन करके केवल मुख तो मौन धारण करके मन की शांति प्राप्त नहीं होंदी। मन जिहड़ा है वो शांत नहीं होंदा। जे फिर चाहे असी एक रस लगातार भी मुख तो कुछ ना बोलीए और लगातार मौन धारण करिए, एक समय जदों गुरु नानक महाराज साहब सिद्धां नाल विचार कर रहे सन, परमात्मा की प्राप्ति का दूसरा साधन मौन धारण करना समझा जाता सी। बहुत गिनती च ये मन्निया जाता सी कि एक सार एक रस लगातार मौन धारण करन नाल मन शांत हो जाता है और प्रभु परमात्मा की प्राप्ति हो जाती है। पर महाराज ने समझाया कि इस तरह की चुप नाल मन की जिहड़ी शांति है वो प्राप्त नहीं होंदी। एक वार की गल है, धन गुरु गोबिंद सिंह महाराज आनंदपुर साहब दे विच संगतां नूं दर्शन दे के निहाल कर रहे सन। तो उत्थे एक मौनी महात्मा गुरु साहब के दर्शनां नूं आया। इलाके दे जिहड़े निवासी सन वो उस मौनी महापुरुष तो बहुत प्रभावित सन। उन्होंने गुरु साहब नूं दस्या कि ये मौनी जी जिहड़े हन ये बहुत कई वरियां तो मौन धारण करी बैठे हैं ते ये बहुत शांत हैं। गुरु साहब ने अपने सिखां नूं समझाया कि इस तरह मौन धारण करन नाल मन शांत नहीं हुंदा। ते महाराज ने कहा, चलो सिखो, असी तुहानूं ये चीज़ ये गल करके दिखाने हाँ। जदों मौनी महात्मा जिस समय वो मौनी महात्मा गुरु साहब के दर्शनां नूं अंदर आंदा है, तो गुरु साहब उस मौनी महात्मा की बहुत उस्तत करते हैं, उसनूं अपने पास बिठाते हैं। इस नाल मौनी महात्मा बहुत प्रसन्न होता है। वो अपनी प्रशंसा सुन के बहुत खुश होता है। इसी समय महाराज अपने एक सिख नूं बुला के कहते हैं, भी सिखा, ये मौनी महात्मा महापुरुष
ਇਹਨਾਂ ਨੇ ਬਹੁਤ ਸਮੇਂ ਤੋਂ ਮੌਨ ਧਾਰਨ ਕੀਤਾ ਹੈ ਔਰ ਇਸ ਮੌਨ ਦਾ ਪਾਲਨ ਵੀ ਕਰ ਰਹੇ ਹਨ। ਤੇ ਤੁਸੀਂ ਇਹਨਾਂ ਦੀ ਸੇਵਾ ਕਰਨੀ ਹੈ ਔਰ ਇਹਨਾਂ ਦੀ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਤੁਸੀਂ ਇਹਨਾਂ ਨੂੰ ਅੱਜ ਘਰ ਲੈ ਜਾਓ, ਸਵਾਦਿਸ਼ਟ ਪਕਵਾਨ, ਸੁੰਦਰ ਪੋਸ਼ਾਕਾਂ ਔਰ ਆਰਾਮ ਕਰਨ ਲਈ ਸੋਹਣੇ ਬਿਸਤਰ ਤੁਸੀਂ ਇਹਨਾਂ ਨੂੰ ਦੇਣੇ ਹਨ। ਸਿੱਖ ਮਹਾਰਾਜ ਨੂੰ ਨਮਸਕਾਰ ਕਰਦੇ ਹੋਏ ਕਹਿੰਦਾ, ਜਿਵੇਂ ਆਪ ਜੀ ਕੀ ਆਗਿਆ ਮਹਾਰਾਜ, ਉਸੇ ਤਰ੍ਹਾਂ ਹੋਵੇਗਾ। ਸਿੱਖ ਉਸ ਮੌਨੀ ਮਹਾਤਮਾ ਨੂੰ ਆਪਣੇ ਘਰ ਲੈ ਜਾਂਦੇ ਹਨ, ਪਰ ਉਸ ਦੀ ਕੋਈ ਆਓ ਭਗਤ ਖਾਤਰਦਾਰੀ ਨਹੀਂ ਕਰਦੇ। ਉਸ ਨੂੰ ਸਾਦਾ ਭੋਜਨ, ਸਾਦੇ ਵਸਤਰ ਤੇ ਆਰਾਮ ਕਰਨ ਲਈ ਨੀਚੇ ਹੀ ਬਿਸਤਰ ਲਗਾ ਦਿੰਦੇ ਹਨ। ਇਸ ਗੱਲ ਤੋਂ ਮੌਨੀ ਮਹਾਤਮਾ ਅੰਦਰੋਂ ਬਹੁਤ ਕ੍ਰੋਧ 'ਚ ਆ ਜਾਂਦੇ ਹਨ ਕਿ ਵੀ ਇਹ ਸਿੱਖ ਦੇ ਗੁਰੂ ਨੇ ਤਾਂ ਕੁਝ ਹੋਰ ਕਿਹਾ ਸੀ। ਉਹਨਾਂ ਨੇ ਤਾਂ ਮੇਰੀ ਆਓ ਭਾਓ, ਮੇਰੀ ਸੇਵਾ ਲਈ ਕਿਹਾ ਸੀ, ਪਰ ਇਹ ਸਿੱਖ ਤਾਂ ਗੁਰੂ ਸਾਹਮਣੇ ਕੁਝ ਹੋਰ ਤੇ ਪਿੱਛੋਂ ਕੁਝ ਹੋਰ ਹੈ। ਅਗਲੇ ਦਿਨ ਜਦੋਂ ਗੁਰੂ ਸਾਹਿਬ ਦੇ ਜਿਹੜੇ ਸਿੱਖ ਹਨ ਉਹ ਮੌਨੀ ਨੂੰ ਮਹਾਰਾਜ ਦੇ ਕੋਲ ਲੈ ਕੇ ਆਉਂਦੇ ਹਨ, ਤਾਂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮੌਨੀ ਮਹਾਤਮਾ ਦੀ ਫਿਰ ਤੋਂ ਉਸਤਤ ਕਰਨ ਲੱਗ ਜਾਂਦੇ ਹਨ ਤੇ ਆਪਣੇ ਸਿੱਖ ਨੂੰ ਪੁੱਛਦੇ ਹਨ, ਹਾਂ ਬਈ ਸਿੱਖਾ, ਤੈਨੂੰ ਕੱਲ ਜੋ ਬਚਨ ਕੀਤੇ ਸੀ ਕਿ ਮਹਾਤਮਾ ਜੀ ਦੀ ਸੇਵਾ ਕਰਨੀ ਹੈ, ਸੁੰਦਰ ਪੋਸ਼ਾਕਾਂ ਦੇਣੀਆਂ ਹਨ, ਸਵਾਦ ਭੋਜਨ ਤੇ ਸਾਫ ਸੁਥਰੇ ਆਰਾਮਦਾਇਕ ਬਿਸਤਰ ਲਗਾਣੇ ਹਨ, ਕੀ ਤੁਸੀਂ ਆਗਿਆ ਦਾ ਪਾਲਣ ਕੀਤਾ? ਤਾਂ ਅੱਗੋਂ ਸਿੱਖ ਨੇ ਕਿਹਾ, ਜੀ ਮਹਾਰਾਜ, ਆਪ ਜੀ ਦੀ ਆਗਿਆ ਅਨੁਸਾਰ ਮੈਂ ਮਹਾਤਮਾ ਜੀ ਦੀ ਪੂਰੀ ਸੇਵਾ ਕੀਤੀ ਹੈ। ਉਹ ਜਿਸ ਤਰ੍ਹਾਂ ਆਪ ਜੀ ਨੇ ਹੁਕਮ ਕੀਤਾ ਸੀਗਾ, ਜਿਵੇਂ ਆਪ ਜੀ ਨੇ ਹੁਕਮ ਕੀਤਾ ਸੀਗਾ, ਉਸੇ ਤਰ੍ਹਾਂ ਮੈਂ ਮਹਾਤਮਾ ਜੀ ਦੀ ਮਨੋ ਧਨੋ ਸੇਵਾ ਜਿਹੜੀ ਆ ਉਹ ਕੀਤੀ ਹੈ। ਇਹ ਗੱਲ ਸੁਣ ਕੇ ਮਹਾਤਮਾ ਤੋਂ ਰਿਹਾ ਨਹੀਂ ਗਿਆ ਔਰ ਉਹ ਇੱਕਦਮ ਹੀ ਬੋਲ ਪਿਆ। ਆਪਣੇ ਮੁਖ ਤੋਂ ਉਸਨੇ ਉਚਾਰਨ ਕੀਤਾ ਕਿ ਮਹਾਰਾਜ, ਇਹ ਆਪ ਜੀ ਦਾ ਜੋ ਸਿੱਖ ਹੈ ਇਹ ਬਹੁਤ ਝੂਠਾ ਹੈ। ਇਹ ਆਪ ਜੀ ਦੇ ਅੱਗੇ ਕੁਝ ਹੋਰ, ਪਿੱਛੋਂ ਕੁਝ ਹੋਰ ਹੈ। ਆਪ ਜੀ ਨੇ ਜੋ ਇਸ ਨੂੰ ਕਿਹਾ ਸੀ, ਇਸਨੇ ਐਸਾ ਕੁਝ ਵੀ ਨਹੀਂ ਕੀਤਾ। ਇਸਨੇ ਮੈਨੂੰ ਸੁੰਦਰ ਪੋਸ਼ਾਕਾਂ ਦੀ ਜਗ੍ਹਾ ਸਾਧਾਰਨ ਪੋਸ਼ਾਕਾਂ, ਕੱਪੜੇ, ਸਧਾਰਨ ਭੋਜਨ ਔਰ ਸਧਾਰਨ ਹੀ ਬਿਸਤਰ ਦਿੱਤਾ ਸੀ। ਉਹ ਜਿਵੇਂ ਆਪ ਜੀ ਨੇ ਕਿਹਾ ਸੀ ਕਿ ਭੇਟਾ ਦੇਣੀ ਹੈ, ਇਸਨੇ ਇਸ ਤਰ੍ਹਾਂ ਮੈਨੂੰ ਕੋਈ ਭੇਟਾ ਵੀ ਨਹੀਂ ਦਿੱਤੀ। ਇੰਨੀ ਗੱਲ ਦਾ ਕਹਿਣਾ ਸੀ ਕਿ ਜਿੰਨੀ ਵੀ ਗੁਰੂ ਸਾਹਿਬ ਦੀ ਸੰਗਤ ਬੈਠੀ ਸੀ ਔਰ ਜਿੰਨੇ ਵੀ ਉੱਥੇ ਮੌਜੂਦ ਸਨ, ਉਹ ਹੱਸਣ ਲੱਗ ਪਏ ਤੇ ਮਹਾਤਮਾ ਗੁਰੂ ਸਾਹਿਬ ਨੂੰ ਪੁੱਛਦਾ ਕਿ ਮਹਾਰਾਜ ਇਹ ਕੀ ਹੈ? ਤਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਮਹਾਤਮਾ ਜੀ, ਅਸੀਂ ਆਪਣੇ ਸਿੱਖ ਨੂੰ ਕਿਹਾ ਸੀਗਾ ਕਿ ਇਸਨੇ ਆਪ ਜੀ ਦੀ ਕੋਈ ਖਾਸ ਸੇਵਾ ਨਹੀਂ ਕਰਨੀ। ਤੁਸੀਂ ਇਸ ਲੋਭ ਵਿੱਚ ਆ ਕੇ, ਇਹ ਪਦਾਰਥਾਂ ਦੇ ਲੋਭ 'ਚ ਆ ਕੇ ਤੁਸੀਂ ਆਪਣਾ ਅੱਜ ਮੌਨ ਜਿਹੜਾ ਹੈ ਉਹ ਤੋੜ ਲਿਆ ਹੈ। ਆਪ ਜੀ ਦਾ ਉਹ ਜਿਹੜਾ ਮੌਨ ਹੈ ਉਹ ਕਿੱਥੇ ਗਿਆ? ਇਸ ਤੋਂ ਭਾਵ ਹੈ ਕਿ ਕੇਵਲ ਮੁਖ ਦੇ ਨਾ ਬੋਲਣ ਨਾਲ ਮਨ ਜੋ ਹੈ ਉਹ ਸ਼ਾਂਤ ਨਹੀਂ ਹੁੰਦਾ। ਆਪ ਜੀ ਦਾ ਮਨ
ਤਾਂ ਫਿਰ ਵੀ ਫੁਰਨੇ ਕਰ ਰਿਹਾ ਸੀ। ਆਪ ਜੀ ਦਾ ਮਨ ਤਾਂ ਅੰਦਰੋਂ ਬੋਲ ਹੀ ਰਿਹਾ ਸੀ ਕਿ ਕੱਲ੍ਹ ਜਾ ਕੇ ਮੈਂ ਇਹਨਾਂ ਦੇ ਗੁਰੂ ਨੂੰ ਇਸ ਸਿੱਖ ਦੀ ਸ਼ਿਕਾਇਤ ਕਰਾਂਗਾ। ਇਹ ਗੱਲ ਸੁਣਦੇ ਹੀ ਮੌਨੀ ਮਹਾਤਮਾ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਆਪਣੇ ਹੱਥ ਜੋੜ ਲਏ ਔਰ ਕਿਹਾ, ਧੰਨ ਹੋ ਧੰਨ ਹੋ ਧੰਨ ਹੋ ਗੁਰੂ ਸਾਹਿਬ, ਆਪਨੇ ਮੈਨੂੰ ਸੋਝੀ ਦੇ ਦਿੱਤੀ ਹੈ ਕਿ ਕੇਵਲ ਮੁੱਖ ਤੋਂ ਚੁੱਪ ਰੱਖਣ ਨਾਲ, ਮੁੱਖ ਤੋਂ ਚੁੱਪ ਰਹਿਣ ਨਾਲ ਮਨ ਜੋ ਹੈ ਉਹ ਚੁੱਪ ਨਹੀਂ ਹੋ ਜਾਂਦਾ। ਮਨ ਜੋ ਹੈ ਉਹ ਅਸ਼ਾਂਤ ਹੀ ਰਹਿੰਦਾ ਹੈ। ਇਸ ਸਾਖੀ ਤੋਂ ਸਾਨੂੰ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ਕੇਵਲ ਮੁੱਖ ਤੋਂ ਕੁਝ ਨਾ ਬੋਲਣ ਨਾਲ ਮਨ ਜੋ ਹੈ ਉਹ ਸ਼ਾਂਤ ਨਹੀਂ ਹੁੰਦਾ। ਤਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇਹੀ ਸਾਨੂੰ ਸਮਝਾ ਰਹੇ ਹਨ ਕਿ ਚੁੱਪ ਹੈ, ਚੁੱਪ ਨਾ ਹੋਵੇ, ਕਿ ਮੁੱਖ ਦੀ ਜਿੰਨੀ ਮਰਜ਼ੀ ਅਸੀਂ ਚੁੱਪ ਰੱਖ ਲਈਏ, ਮੁੱਖ ਤੋਂ ਅਸੀਂ ਕੁਝ ਵੀ ਨਾ ਉਚਾਰੀਏ, ਕੋਈ ਬੋਲ ਨਾ ਬੋਲੀਏ, ਔਰ ਐਸਾ ਜੇ ਅਸੀਂ ਇੱਕ ਸਾਰ ਇੱਕ ਰਸ ਲਗਾਤਾਰ ਜਿੰਨੇ ਮਰਜ਼ੀ ਸਮੇਂ ਲਈ ਕਰ ਲਈਏ, ਉਸ ਦੇ ਬਾਵਜੂਦ ਵੀ ਜਿਹੜੀ ਚੁੱਪ ਹੈ, ਮਨ ਦੀ ਸ਼ਾਂਤੀ ਹੈ, ਉਹ ਨਹੀਂ ਹੁੰਦੀ। ਤਾਂ ਮਹਾਰਾਜ ਜਪਜੀ ਸਾਹਿਬ ਜੀ ਕੀ ਪਹਿਲੀ ਪੌੜੀ ਦੀ ਦੂਜੀ ਪੰਕਤੀ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਜੋ ਉਸ ਸਮੇਂ ਦਾ ਦੂਸਰਾ ਸਾਧਨ ਸੀ, ਜੋ ਮੰਨਿਆ ਜਾਂਦਾ ਸੀ ਕਿ ਪਰਮਾਤਮਾ ਨੂੰ ਪਾਉਣ ਦਾ ਦੂਸਰਾ ਜਿਹੜਾ ਸਾਧਨ ਹੈ, ਮਨ ਨੂੰ ਸ਼ਾਂਤ ਕਰਨ ਦਾ ਦੂਸਰਾ ਜਿਹੜਾ ਸਾਧਨ ਹੈ, ਮੌਨ ਧਾਰਨ ਕਰਨਾ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਦੂਸਰੇ ਸਾਧਨ ਦਾ, ਇਹ ਦੂਸਰੇ ਢੰਗ ਦਾ ਵੀ ਖੰਡਨ ਕੀਤਾ ਹੈ ਤੇ ਸਾਨੂੰ ਸਮਝਾਇਆ ਹੈ ਕਿ ਨਾ ਤਾਂ ਕੇਵਲ ਸਰੀਰ ਦੀ ਸੁਚਮਤਾ ਰੱਖਣ ਨਾਲ ਔਰ ਨਾ ਹੀ ਮੁੱਖ ਤੋਂ ਕੁਝ ਨਾ ਬੋਲਣ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਪਰਮਾਤਮਾ ਦੀ ਪ੍ਰਾਪਤੀ ਲਈ ਮਨ ਦਾ ਸ਼ੁੱਧ ਹੋਣਾ, ਮਨ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਹੈ। ਆਓ ਆਪਾਂ ਮਿਲ ਕੇ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਕੋਟਾਨ 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 ਸ਼ੁਕਰ ਕਰੀਏ, ਉਹਨਾਂ ਦਾ ਕੋਟਾਨ 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 ਧੰਨਵਾਦ ਕਰੀਏ ਕਿ ਉਹਨਾਂ ਨੇ ਇਸ ਕਲਯੁਗ ਦੇ ਸਮੇਂ 'ਚ ਸਾਨੂੰ ਇਹ ਪਖੰਡਾਂ ਤੋਂ ਬਚਾ ਕੇ ਰੱਖਿਆ ਹੈ ਔਰ ਸਾਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਜਿਹੜੇ ਸਾਧਨ ਹਨ, ਜਿਨ੍ਹਾਂ ਨਾਲ ਪ੍ਰਭੂ ਪਰਮਾਤਮਾ ਦੀ ਅਸੀਂ ਪ੍ਰਾਪਤੀ ਜਾਂ ਝਲਕ ਪਾ ਸਕਦੇ ਹਾਂ, ਉਹਦੀ ਸਾਨੂੰ ਸੋਝੀ ਕਰਵਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।